everyone, this is Parneet. A very warm welcome to my channel. I hope you all are doing well. So yes friends, today in this video we are going to discuss reading module, the important strategies reading module की ਉਹ ਸਟ੍ਰੈਟਜੀਜ਼ ਜਿਨ੍ਹਾਂ ਦਾ ਤੁਹਾਨੂੰ ਧਿਆਨ ਰੱਖਣਾ ਹੈ ਕਦੋਂ ਜਦੋਂ ਤੁਸੀਂ ਪੇਪਰ ਦੀ ਪ੍ਰੈਕਟਿਸ ਕਰ ਰਹੇ ਹੋ। ਠੀਕ ਹੈ, ਅੱਜ ਆਪਾਂ ਉਹ ਟਿਪਸ ਐਂਡ ਟ੍ਰਿਕਸ ਡਿਸਕਸ ਕਰਾਂਗੇ ਜਿਨ੍ਹਾਂ ਦਾ ਤੁਸੀਂ ਉਦੋਂ ਜਿਨ੍ਹਾਂ ਨੂੰ ਨਹੀਂ ਫੋਲੋ ਕਰਨਾ ਜਦੋਂ ਤੁਸੀਂ ਪੇਪਰ ਦੇਣ ਜਾ ਰਹੇ ਹੋ, ਬਿਕਾਜ਼ ਆਪਾਂ ਹਰ ਟਾਈਮ ਉਹਨਾਂ ਦੀ ਡਿਸਕਸ਼ਨ ਕਰਦੇ ਹਾਂ ਜਾਂ ਫਿਰ ਆਪਾਂ ਦੇਖਦੇ ਹਾਂ ਬਿਕਾਜ਼ ਤੁਸੀਂ ਆਨਲਾਈਨ ਵੀ ਦੇਖਿਆ ਹੋਵੇਗਾ ਜਾਂ ਇੰਸਟੀਟਿਊਟਸ ਹੋਣਗੇ ਉਹ ਤੁਹਾਨੂੰ ਬਹੁਤ ਜ਼ਿਆਦਾ ਟਿਪਸ ਐਂਡ ਟ੍ਰਿਕਸ ਦਿੰਦੇ ਨੇ ਰਿਗਾਰਡਿੰਗ ਜਦੋਂ ਤੁਸੀਂ ਪੇਪਰ ਪਰਫਾਰਮ ਕਰਦੇ ਹੋ ਐਕਚੁਅਲ ਦੇ ਵਿੱਚ ਉਦੋਂ ਤੁਹਾਨੂੰ ਕਿਸ ਚੀਜ਼ਾਂ ਦਾ ਧਿਆਨ ਰੱਖਣਾ ਹੈ। ਅੱਜ ਆਪਾਂ ਟੌਪਿਕ ਦੀ ਗੱਲ ਕਰਾਂਗੇ ਕਿ ਜਦੋਂ ਪ੍ਰੈਕਟਿਸ ਕਰਨੀ ਆ ਉਸ ਟਾਈਮ ਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਸੋ ਯੂ ਕੁਡ ਅਚੀਵ ਯੋਰ ਡਿਜ਼ਾਇਰਡ ਬੈਂਡ ਸਕੋਰ, ਨਾਟ ਓਨਲੀ ਯੋਰ ਡਿਜ਼ਾਇਰਡ ਬੈਂਡ ਸਕੋਰ ਬਟ ਯੂ ਕੁਡ ਥਿੰਕ ਆਫ ਟੂ ਅਚੀਵ 7, 8 ਐਂਡ ਈਵਨ 9। ਕਲੀਅਰ। ਫਸਟ ਟਿਪ ਐਂਡ ਟ੍ਰਿਕ ਜਿਹੜੀ ਮੈਂ ਤੁਹਾਨੂੰ ਦੱਸੂਗੀ ਜਿਹੜੀ ਤੁਹਾਨੂੰ ਧਿਆਨ ਰੱਖਣੀ ਹੈ ਦੈਟ ਇਜ਼ ਨੰਬਰ 1 ਇਜ਼ ਜਦੋਂ ਤੁਸੀਂ ਪ੍ਰੈਕਟਿਸ ਕਰਨੀ ਹੈ ਉਦੋਂ ਕਿਸ ਚੀਜ਼ ਦਾ ਧਿਆਨ ਰੱਖਣਾ ਹੈ। ਹੁਣ ਦੇਖੋ ਰੀਡਿੰਗ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ 40 ਕੁਐਸਚਨਸ ਹੁੰਦੇ ਆ ਤੇ ਤੁਹਾਨੂੰ ਪ੍ਰੈਕਟਿਸ ਕਰਨੀ ਹੈ ਈਚ ਐਂਡ ਐਵਰੀ ਕੁਐਸਚਨ ਦੀ। ਠੀਕ ਹੈ, ਹਰ ਇੱਕ ਟਾਈਪ ਦੀ ਤੁਹਾਨੂੰ ਪ੍ਰੈਕਟਿਸ ਕਰਨੀ ਹੈ। ਇਹ ਨਹੀਂ ਹੈ ਕਿ ਤੁਸੀਂ ਸੋਚ ਲਓ ਤੁਸੀਂ 1-2 ਦਿਨ ਪਹਿਲਾਂ ਪ੍ਰੈਕਟਿਸ ਸਟਾਰਟ ਕੀਤੀ, ਠੀਕ ਹੈ, ਤੁਹਾਨੂੰ ਲੱਗਿਆ ਵੀ ਹੈਡਿੰਗਸ ਤਾਂ ਮੈਨੂੰ ਬਹੁਤ ਈਜ਼ੀ ਲੱਗਦੇ ਨੇ ਤੇ ਮੈਂ ਹੁਣ ਇਹਦੀ ਪ੍ਰੈਕਟਿਸ ਨਹੀਂ ਕਰੂੰਗਾ, ਜਦੋਂ ਫਾਈਨਲ ਐਗਜ਼ਾਮ ਹੋਏਗਾ ਨਾ ਮੈਂ ਉਸ ਤੋਂ 1 ਵੀਕ ਪਹਿਲਾਂ ਜਾਂ 2-3 ਦਿਨ ਪਹਿਲਾਂ ਪ੍ਰੈਕਟਿਸ ਕਰੂੰਗਾ। ਇਹ ਜਿਹੜਾ ਇੱਕ ਮਾਈਂਡਸੈਟ ਤੁਸੀਂ ਬਣਾ ਲੈਂਦੇ ਹੋ ਵੀ ਮੈਂ ਉਦੋਂ ਪ੍ਰੈਕਟਿਸ ਕਰੂੰਗਾ, ਹੁਣ ਮੈਂ ਇਹਦੇ ਵਿੱਚ ਬਹੁਤ ਪਰਫੈਕਟ ਹਾਂ, ਇਹ ਬਹੁਤ ਗਲਤ ਹੈ। ਬਿਕਾਜ਼ ਵਿਦ ਟਾਈਮ ਜਦੋਂ ਆਪਾਂ 1 ਮੰਥ ਲੈ ਲੈਂਦੇ ਹਾਂ ਜਾਂ ਫਿਰ 15 ਡੇਜ਼ ਦਾ ਟਾਈਮ ਲੈ ਲੈਂਦੇ ਹਾਂ ਉਸ ਟਾਈਮ 'ਤੇ ਉਹ ਪਰਟੀਕੂਲਰ ਟੌਪਿਕ ਦੀ ਆਪਾਂ ਪ੍ਰੈਕਟਿਸ ਨਹੀਂ ਕਰਦੇ ਤਾਂ ਉਹਦੇ ਵਿੱਚ ਐਂਡ 'ਤੇ ਫਾਈਨਲ ਟਾਈਮ ਆਪਾਂ ਕੀ ਹੋ ਜਾਂਦੇ ਹਾਂ ਲੈਗ ਬਿਹਾਈਂਡ ਕਰਦੇ ਹਾਂ, ਆਪਾਂ ਪਿੱਛੇ ਰਹਿ ਜਾਂਦੇ ਹਾਂ। ਕਲੀਅਰ। ਇਹ ਤਾਂ ਹੋ ਗਿਆ ਫਸਟ ਪੁਆਇੰਟ ਇਹਦੇ ਵਿੱਚ ਵੀ ਆਪਾਂ ਨੂੰ ਪ੍ਰੈਕਟਿਸ ਕਰਨੀ ਹੈ ਹਰ ਇੱਕ ਕੁਐਸਚਨ ਦੀ। ਸੈਕਿੰਡ ਪੁਆਇੰਟ ਕੀ ਹੈ? ਸੈਕਿੰਡ ਪੁਆਇੰਟ ਇਜ਼ ਜਿਹੜੇ ਟਾਈਪ ਦੇ ਕੁਐਸਚਨਸ ਦੇ ਵਿੱਚ ਤੁਸੀਂ ਡਿਫਿਕਲਟੀ ਫੇਸ ਕਰ ਰਹੇ ਹੋ, ਤੁਹਾਨੂੰ ਪ੍ਰੋਬਲਮੈਟਿਕ ਏਰੀਆ ਲੱਗ ਰਿਹਾ, ਸਪੋਜ਼ ਹੈਡਿੰਗਸ ਹੀ ਤੁਹਾਨੂੰ ਪ੍ਰੋਬਲਮ ਦੇ ਰਹੇ ਨੇ, MCQs ਤੁਹਾਨੂੰ ਪ੍ਰੋਬਲਮ ਦੇ ਰਹੇ ਨੇ, ਤਾਂ ਤੁਸੀਂ ਦਿਨ ਦੇ ਵਿੱਚ ਉਹਨਾਂ ਦੀ ਟਵਾਈਸ ਜਾਂ ਥਰਾਈਸ ਪ੍ਰੈਕਟਿਸ ਕਰਨੀ ਹੈ। ਠੀਕ ਹੈ, 2 ਵਾਰ ਕਰੋ, ਸਵੇਰੇ ਸ਼ਾਮ ਕਰੋ ਜਾਂ 3 ਵਾਰ ਉਹਦੀ ਪ੍ਰੈਕਟਿਸ ਕਰੋ। ਕਲੀਅਰ। ਪ੍ਰੈਕਟਿਸ ਇਜ਼ ਦ ਕੀ ਟੂ ਸਕਸੈਸ। ਜੇ ਪ੍ਰੈਕਟਿਸ ਕਰੋਗੇ ਤਾਂ ਹੀ ਸਕਸੈਸ ਅਚੀਵ ਹੋਏਗੀ, ਅਦਰਵਾਈਜ਼ ਉਹੀ ਫਿਰ 5.5 ਇੱਥੇ ਹੀ ਰਹਿ ਜਾਊਗੀ। ਕਲੀਅਰ। ਇਹ ਤਾਂ ਹੋ ਗਈ ਪ੍ਰੈਕਟਿਸ ਦੀ ਗੱਲ। ਸੈਕਿੰਡ ਸਟ੍ਰੈਟਜੀ ਤੁਸੀਂ ਪ੍ਰੈਕਟਿਸ ਟਾਈਮ ਕੀ ਅਪਣਾਉਣੀ ਹੈ, ਕੀ ਫੋਲੋ ਕਰਨੀ ਹੈ? ਸੈਕਿੰਡ ਸਟ੍ਰੈਟਜੀ ਇਜ਼ ਯੋਰ ਟਾਈਮ ਮੈਨੇਜਮੈਂਟ। ਯੈਸ ਗਾਈਜ਼, ਟਾਈਮ ਮੈਨੇਜਮੈਂਟ ਪਲੇਜ਼ ਇਕੁਅਲੀ ਇੰਪੋਰਟੈਂਟ ਰੋਲ ਐਜ਼ ਯੂਅਰ ਪ੍ਰੈਕਟਿਸਿੰਗ ਸਕਿੱਲਸ। ਠੀਕ ਹੈ, ਜੇ ਤੁਸੀਂ ਇਹ ਸੋਚੋ ਮੈਂ ਪ੍ਰੈਕਟਿਸ ਕਰਦਾ ਰਹੂੰਗਾ ਲੇਕਿਨ ਫਿਰ ਉਹੀ ਟਾਈਮ ਮੈਨੇਜਮੈਂਟ ਜਦੋਂ ਪੇਪਰ ਆਊਗਾ ਮੈਂ ਉਦੋਂ ਹੀ ਆਪਣੀ ਟਾਈਮ ਮੈਨੇਜਮੈਂਟ 'ਤੇ ਵਰਕ ਕਰੂੰਗਾ। ਹੁਣ ਮੈਂ ਕੀ ਕਰਦਾ, ਹੁਣ ਮੈਂ ਸਿਰਫ ਪ੍ਰੈਕਟਿਸ ਕਰਦਾ, ਆਰਾਮ ਨਾਲ ਪ੍ਰੈਕਟਿਸ ਕਰਦਾ। ਜੇ ਹੈਡਿੰਗਸ ਨੇ ਮੈਨੂੰ ਉਹ 10 ਮਿੰਟਸ ਦੇ ਵਿੱਚ ਕੰਪਲੀਟ ਕਰਨੇ ਚਾਹੀਦੇ ਆ ਤਾਂ ਮੈਂ ਉਹਦੇ ਲਈ 20-25 ਵੀ ਹੁਣ ਲਗਾ ਸਕਦਾ। ਨਹੀਂ, ਇਸ ਤਰ੍ਹਾਂ ਤੁਸੀਂ ਨਹੀਂ ਕਰ ਸਕਦੇ। ਹਾਂ, ਜੇ ਤੁਸੀਂ ਬਿਲਕੁਲ ਐਮੈਚੁਰ ਹੋ, ਤੁਸੀਂ ਫਰੈਸ਼ ਹੋ, ਤੁਸੀਂ ਸਟਾਰਟ ਕੀਤਾ ਹੈ, ਠੀਕ ਹੈ, +2 ਦੇ ਸਟੂਡੈਂਟ ਹੋ ਜਾਂ ਫਿਰ ਕੋਈ ਤੁਸੀਂ ਜੋਬ ਵਗੈਰਾ ਕਰ ਰਹੇ ਹੋ, ਤੁਸੀਂ ਸਟਾਰਟ ਕੀਤਾ, ਉਦੋਂ ਤੁਸੀਂ ਸਟਾਰਟਿੰਗ ਦੇ ਵਿੱਚ 1-2 ਦਿਨ ਲੈ ਸਕਦੇ ਹੋ, ਉਹ ਟਾਈਮ ਤੁਸੀਂ ਲੈ ਸਕਦੇ ਹੋ, ਡੈਫੀਨੇਟਲੀ ਲੈ ਸਕਦੇ ਹੋ। ਕਿਸ ਚੀਜ਼ ਲਈ? ਕੁਐਸਚਨ ਜਾਂ ਟਾਈਪਸ ਨੂੰ ਸਮਝਣ ਦੇ ਲਈ। ਬਟ ਇੱਕ ਵਾਰ ਜੋ ਤੁਹਾਡਾ ਫਲੋ ਬਣ ਗਿਆ ਆਫਟਰ 2-3 ਡੇਜ਼ ਤਾਂ ਤੁਸੀਂ ਪ੍ਰੈਕਟਿਸ ਕਰਨੀ ਹੈ ਵਿਦ ਪ੍ਰੋਪਰ ਟਾਈਮ ਮੈਨੇਜਮੈਂਟ। ਜਦੋਂ ਵੀ ਤੁਸੀਂ ਕਿਸੇ ਵੀ ਕੁਐਸਚਨ ਨੂੰ ਪਰਫਾਰਮ ਕਰਨਾ ਸਟਾਰਟ ਕਰਨਾ, ਚਾਹੇ ਘਰ ਹੋ ਚਾਹੇ ਕਿਸੇ ਇੰਸਟੀਟਿਊਟ 'ਤੇ ਪ੍ਰੈਕਟਿਸ ਕਰ ਰਹੇ ਹੋ, ਤਾਂ ਤੁਹਾਡਾ ਕਲੌਕ, ਤੁਹਾਡਾ ਵਾਚ, ਠੀਕ ਹੈ, ਤੁਹਾਡੇ ਨਾਲ ਹੋਣੀ ਚਾਹੀਦੀ ਹੈ। ਉਹ ਬਹੁਤ ਜ਼ਿਆਦਾ ਐਸੈਂਸ਼ੀਅਲ ਰੋਲ ਪਲੇ ਕਰੇਗਾ ਤੁਹਾਡਾ ਬੈਂਡ ਸਕੋਰ, ਤੁਹਾਡਾ ਡਿਜ਼ਾਇਰ ਬੈਂਡ ਸਕੋਰ ਅਚੀਵ ਕਰਵਾਉਣ ਦੇ ਵਿੱਚ। ਕਲੀਅਰ। ਮਾਰਕ ਮਾਈ ਵਰਡਸ, ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਪ੍ਰੈਕਟਿਸ ਦੇ ਨਾਲ ਨਾਲ ਟਾਈਮ ਮੈਨੇਜਮੈਂਟ ਪਲੇਜ਼ ਇਕੁਅਲੀ ਇੰਪੋਰਟੈਂਟ ਰੋਲ। ਠੀਕ ਹੈ। ਨੈਕਸਟ, ਇਸ ਤੋਂ ਬਾਅਦ ਹੁਣ ਪ੍ਰੈਕਟਿਸਿੰਗ ਹੋ ਗਿਆ, ਟਾਈਮ ਮੈਨੇਜਮੈਂਟ ਹੋ ਗਿਆ, ਹੁਣ ਮਟੀਰੀਅਲ। ਯੈਸ, ਮਟੀਰੀਅਲ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ। ਹੁਣ ਕੀ ਹੁੰਦਾ, ਆਪਾਂ ਜ਼ਿਆਦਾਤਰ ਕੀ ਕਰਦੇ ਹਾਂ, ਜੇ ਤੁਸੀਂ ਕਿਸੇ ਇੰਸਟੀਟਿਊਟ ਤੋਂ ਪ੍ਰੈਕਟਿਸ ਕਰ ਰਹੇ ਹੋ ਦੈਨ ਇਟਸ ਵੈਲ ਐਂਡ ਗੁੱਡ। ਜਿਹੜੇ ਇੰਸਟੀਟਿਊਟਸ ਹੁੰਦੇ ਆ ਮੇਨਲੀ ਉਹ ਫੋਕਸ ਕਰਦੇ ਆ ਆਫੀਸ਼ੀਅਲ ਵੈਬਸਾਈਟਸ ਤੋਂ ਮਟੀਰੀਅਲਸ ਚੱਕਦੇ ਆ, ਜਿਵੇਂ ਕੈਂਬਰਿਜ ਹੋ ਗਿਆ ਹੈ ਨਾ, ਉਹਨਾਂ ਦਾ ਆਫੀਸ਼ੀਅਲੀ ਉਹ ਚੱਕਦੇ ਆ ਅਤੇ ਉਹ ਲੈਵਲਸ ਦੇ ਅਕੋਰਡਿੰਗ ਕਰਾਉਂਦੇ ਆ। ਠੀਕ ਹੈ, ਬਟ ਇਫ ਯੂ ਆਰ ਪ੍ਰੈਕਟਿਸਿੰਗ ਬਾਈ ਯੂਅਰ ਓਨ, ਹੈ ਨਾ, ਤੁਸੀਂ ਔਨਲਾਈਨ ਸਾਈਟਸ ਤੋਂ ਦੇਖ ਰਹੇ ਹੋ ਤਾਂ ਤੁਸੀਂ ਇਹ ਨਹੀਂ ਕਰਨਾ ਕਿ ਮੈਂ YouTube ਓਪਨ ਕੀਤੀ, ਉੱਥੇ ਟਾਈਪ ਕੀਤਾ ਰੀਡਿੰਗ, ਤਾਂ ਜਿਹੜੀ ਵੀ ਆ ਗਈ ਮੈਂ ਪ੍ਰੈਕਟਿਸ ਕਰਨੀ ਸਟਾਰਟ ਕਰ ਦੇਣੀ ਹੈ। ਇਹ ਵੀ ਇੱਕ ਬਹੁਤ ਗਲਤ ਰੋਲ ਪਲੇ ਕਰੇਗਾ ਉਸ ਟਾਈਮ। ਕਿਉਂ? ਬਿਕਾਜ਼ ਜਿਹੜੀਆਂ ਕੁਝ ਚੈਨਲਸ ਇਹੋ ਜਿਹੇ ਹੁੰਦੇ ਆ ਉਹ ਨਾ ਉਹਨਾਂ 'ਤੇ ਆਫੀਸ਼ੀਅਲ ਵੈਬਸਾਈਟਸ ਦਾ ਮਟੀਰੀਅਲ ਨਹੀਂ ਹੁੰਦਾ ਅਕੋਰਡਿੰਗ ਟੂ ਦ ਫੋਰਮੈਟ, ਹੈ ਨਾ, ਉਹ ਮਟੀਰੀਅਲ ਉੱਥੇ ਨਹੀਂ ਪਾਇਆ ਹੁੰਦਾ, ਤਾਂ ਜਾਂ ਤਾਂ ਉਹ ਤੁਹਾਡੀ ਬਹੁਤ ਜ਼ਿਆਦਾ ਡਿਫਿਕਲਟ ਕੁਐਸਚਨਸ ਤੁਸੀਂ ਚੱਕ ਲੈਂਦੇ ਹੋ ਜਾਂ ਫਿਰ ਬਹੁਤ ਈਜ਼ੀ। ਅਤੇ ਓਬਵੀਅਸਲੀ ਜੇ ਤੁਸੀਂ ਈਜ਼ੀ ਚੱਕੋਗੇ ਅਤੇ ਤੁਸੀਂ ਹੈਗੇ ਐਮੈਚਿਓਰ ਹੋ ਤਾਂ ਸਟਾਰਟਿੰਗ ਦੇ ਵਿੱਚ ਹੀ ਤੁਸੀਂ ਕੀ ਹੋ ਜਾਓਗੇ, ਓਵਰ ਕੌਨਫੀਡੈਂਟ ਹੋ ਜਾਓਗੇ। ਤੁਹਾਨੂੰ ਲੱਗੇਗਾ ਮੈਨੂੰ ਤਾਂ ਹੁਣੀ ਤੋਂ ਹੀ ਸਾਰੇ, ਮੈਂ ਤਾਂ ਹੁਣੀ ਤੋਂ 40 ਦੇ ਵਿੱਚੋਂ ਮੈਂ ਤਾਂ 34 ਆ ਗਏ, ਮੈਂ ਤਾਂ 36 ਆ ਗਏ, ਮੈਂ ਤਾਂ ਓਵਰ ਕੌਨਫੀਡੈਂਟ ਹੋ ਗਿਆ, ਹੈ ਨਾ। ਤਾਂ ਫਿਰ ਤੁਸੀਂ ਰੀਡਿੰਗ ਦੀ ਹੌਲੀ ਹੌਲੀ ਪ੍ਰੈਕਟਿਸ ਕਰਨੀ ਬੰਦ ਹੀ ਕਰ ਦੋਗੇ।
ਐਂਡ ਰਿਜ਼ਲਟ ਕੀ ਆਏਗਾ, ਫਾਈਨਲ ਪੇਪਰ ਦੇ ਵਿੱਚ ਤੁਸੀਂ ਅਟੈਂਪਟ ਨਹੀਂ ਕਰ ਪਾਓਗੇ। ਸੈਕਿੰਡ ਇਸ 'ਤੇ ਜੇ ਤੁਸੀਂ ਬਹੁਤ ਜ਼ਿਆਦਾ ਡਿਫਿਕਲਟ ਲੈਵਲ ਦੇ ਕੁਐਸਚਨਸ ਉੱਥੋਂ ਚੱਕ ਲਏ, ਬਹੁਤ ਜ਼ਿਆਦਾ ਹਾਰਡ ਲੈਵਲ ਹੈ, ਤਾਂ ਫਿਰ ਕੀ ਹੋਏਗਾ, ਤੁਹਾਡਾ ਵੈਸੇ ਹੀ ਸਟੈਮਿਨਾ ਉੱਥੇ ਡਾਊਨ ਹੋ ਜਾਏਗਾ, ਹੈ ਨਾ, ਤੁਹਾਡਾ ਕੌਨਫੀਡੈਂਸ ਲੋ ਹੋ ਜਾਏਗਾ, ਤੁਹਾਡੀ ਮੋਰਲ ਜਿਹੜੀ ਬੂਸਟ ਨਹੀਂ ਕਰ ਪਾਏਗੀ। ਉੱਥੇ ਕੀ ਹੋ ਜਾਏਗਾ, ਤੁਹਾਨੂੰ ਵੈਸੇ ਹੀ ਤੁਸੀਂ ਡਿਪਰੈਸ਼ਨ 'ਚ ਆ ਜਾਓਗੇ ਕਿ ਰੀਡਿੰਗ ਇੱਕ ਇਹੋ ਜਿਹਾ ਮੋਡਿਊਲ ਹੈ ਜਿਹੜਾ ਮੇਰੇ ਤੋਂ ਨਹੀਂ ਹੋ ਰਿਹਾ। ਓਬਵੀਅਸਲੀ ਫਿਰ ਤੁਹਾਡੇ ਮਾਈਂਡ 'ਤੇ ਕੀ ਹੋਏਗਾ, ਸਟ੍ਰੈਸ ਇੰਜ਼ਾਇਟੀ ਬਿਲਡ ਹੋਏਗੀ, ਅਤੇ ਜਦੋਂ ਤੁਸੀਂ ਫਾਈਨਲ ਐਗਜ਼ਾਮ ਦੇ ਵਿੱਚ ਆਪਣਾ ਪੇਪਰ ਖੋਲੋਗੇ ਨਾ, ਤਾਂ ਉਹ ਸਟ੍ਰੈਸ ਇੰਜ਼ਾਇਟੀ ਜਿਹੜਾ ਪ੍ਰੈਕਟਿਸ ਟਾਈਮ ਤੁਹਾਡੇ ਮਾਈਂਡ ਦੇ ਵਿੱਚ ਬਣਿਆ ਸੀ ਨਾ, ਉੱਥੇ ਵੀ ਆਏਗਾ। ਤੁਸੀਂ ਸੁਣਿਆ ਹੋਏਗਾ ਨਾ ਕਿ ਆਪਾਂ ਵੈਸੇ ਵੀ ਸਿਆਣੇ ਵੀ ਕਹਿੰਦੇ, ਆਪਾਂ ਵੀ ਕਹਿੰਦੇ ਕਿ ਜਿਹੜੀ ਚੀਜ਼ ਦੇ ਬਾਰੇ ਆਪਾਂ ਸੋਚੀ ਜਾਈਏ ਉਹ ਪੱਕਾ ਅੱਗੇ ਆ ਜਾਂਦੀ ਹੈ, ਠੀਕ ਹੈ। ਤਾਂ ਜੇ ਤੁਹਾਨੂੰ ਪ੍ਰੋਬਲਮ ਆ ਵੀ ਰਹੀ ਹੈ ਤਾਂ ਉਸ ਦੇ ਲਈ ਤੁਸੀਂ ਇਹ ਨਹੀਂ ਸੋਚਣਾ ਕਿ ਮੈਨੂੰ ਬਹੁਤ ਜ਼ਿਆਦਾ ਇਹਦੇ 'ਚ ਮੈਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਹੈ, ਮੇਰੇ ਤੋਂ ਨਹੀਂ ਹੋ ਰਿਹਾ ਨਹੀਂ, ਯੂ ਕੁਡ ਡੂ ਇਟ। ਜੇ ਪ੍ਰੈਕਟਿਸ ਕਰੋਗੇ, ਸਹੀ ਤਰੀਕੇ ਨਾਲ ਕਰੋਗੇ, ਤਾਂ ਡੈਫੀਨੇਟਲੀ ਯੂ ਕੁਡ ਅਚੀਵ। ਯੈਸ। फोर्थ इंपॉर्टेंट स्ट्रैटेजी है इस कंसिस्टेंसी। यस, कंसिस्टेंसी मीनिंग इज़ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ, ਚਾਹੇ ਤੁਹਾਡੇ ਕੋਲ 1 ਮੰਥ ਦਾ ਟਾਈਮ ਹੈ ਨਾ, ਚਾਹੇ ਤੁਹਾਡੇ ਕੋਲ 15 ਦਿਨ ਹੈ, ਚਾਹੇ 1 ਵੀਕ ਹੈ, ਉਸ ਟਾਈਮ 'ਤੇ ਤੁਸੀਂ ਪ੍ਰੋਪਰ ਕੰਸਿਸਟੈਂਸੀ ਮੇਨਟੇਨ ਕਰਨੀ ਹੈ। ਮਤਲਬ ਜੇ ਤੁਹਾਡੀ ਰਿਕੁਆਇਰਮੈਂਟ 7 ਦੀ ਹੈ ਤਾਂ ਤੁਸੀਂ ਟਰਾਈ ਕਰੋ ਕਿ ਤੁਹਾਡੇ ਅਬਵ 34, 35, 36 ਇੰਨੇ ਹੀ ਮਾਰਕਸ ਔਨ ਆਊਟ ਆਫ 40। ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਦਿਨ ਦਾ ਤੁਸੀਂ 34 ਲੈ ਲਏ ਲੇਕਿਨ ਅਗਲੇ ਦਿਨ ਤੁਸੀਂ 18 'ਤੇ ਹੀ ਰਹਿ ਗਏ, ਜਾਂ ਫਿਰ ਤੁਹਾਡੇ 15 ਹੀ ਆ ਰਹੇ ਨੇ, ਹੈ ਨਾ, ਜਾਂ ਫਿਰ ਤੁਹਾਡਾ ਜਿਹੜਾ ਪ੍ਰੋਗਰੈਸ ਦਾ ਗ੍ਰਾਫ ਹੈ ਉਹ ਅਪ ਡਾਊਨ ਫਲਕਚੁਏਟ ਕਰਦਾ ਜਾ ਰਿਹਾ। ਇੱਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਇਸ ਵੇ ਦੇ ਨਾਲ ਪ੍ਰੈਕਟਿਸ ਕਰਨੀ ਹੈ ਕਿ ਤੁਹਾਡੀ ਕੰਸਿਸਟੈਂਸੀ ਮੇਨਟੇਨ ਰਹੇ। ਜੇ ਤੁਸੀਂ 34 ਲੈਣੇ ਹੈ ਤਾਂ ਤੁਸੀਂ ਟਰਾਈ ਕਰੋ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਉਸ ਟਾਈਮ ਤੁਹਾਡੇ 37, 38 ਜ਼ਰੂਰ ਆਉਣ। ਜੇ ਪ੍ਰੈਕਟਿਸ ਟਾਈਮ ਇੰਨੇ ਬੈਂਡ ਆਉਣਗੇ ਤਾਂ आई कैन बैट ਤੁਸੀਂ ਉੱਥੇ 34 ਮੀਨ 7.5 ਬੈਂਡ ਆਰਾਮ ਨਾਲ ਸਕੋਰ ਕਰ ਪਾਓਗੇ। ਕਲੀਅਰ। ਤਾਂ ਕੰਸਿਸਟੈਂਸੀ 'ਤੇ ਵੀ ਤੁਹਾਨੂੰ ਵਰਕ ਕਰਨਾ ਪਏਗਾ। ਕਦੋਂ? ਡਿਊਰਿੰਗ ਦਾ ਪ੍ਰੈਕਟਿਸ। ਨੈਕਸਟ, 5th इज़ योर इंटरेस्ट। यस, इंटरेस्ट भी बहुत इंपॉर्टेंट रोल प्ले करता। हूँ जे मैं कहा मैं रीडिंग करनी है बट मेरा मूड नहीं है रीडिंग करन दा, है ना, मेरे माइंड दे विच कुछ होर ही चल रहा है, या फिर मैनू किसी चीज़ का स्ट्रैस है ना, डे टू डे लाइफ के अपने बहुत ज़्यादा एनजाइटी टेंशन होंगी है, मैनू वो मेरे माइंड दे विच दिमाग दे विच वो गल चल रही है, तो मैं सोचा मैं रीडिंग करन बैठ जा। उस टाइम ते जे तुसी 34 या 35 या 30 अचीव कर भी लए लेकिन तुहाडा माइंड सैट एक प्रॉपर नहीं है, तो वो जिहड़ा तुसी एक टाइम वेस्ट है ना रीडिंग ते, मैं ये कहूँगी वेस्ट है, जिहड़ा तुसी टाइम स्पेंड किया ना वो वेस्ट गया, टोटली वेस्टेज ऑफ टाइम, शेयर वेस्टेज ऑफ टाइम आई कुड से, है ना। तो इदां तुसी नहीं करना। जदों भी तुसी रीडिंग परफॉर्म करनी है, मीनस प्रैक्टिस करनी है, रीडिंग एक इहो जिहा मॉड्यूल है जिहदे लई तुहानूं प्रॉपर कॉन्सनट्रेशन की लोड़ है, ठीक है। ਤੁਹਾਡੇ ਮਾइंड ਦੇ ਵਿੱਚ ਹੋਰ ਇੱਧਰਲਾ ਉੱਧਰਲਾ ਕੁਝ ਵੀ ਕੋਈ ਵੀ ਨੌਨਸੈਂਸ ਨਹੀਂ ਚੱਲਣੀ ਚਾਹੀਦੀ। ਉਸ ਟਾਈਮ 'ਤੇ ਤੁਹਾਡੇ ਮਾइंड ਦੇ ਵਿੱਚ ਕੀ ਹੋਣਾ ਚਾਹੀਦਾ? ਸਿਰਫ ਫੋਕਸ ਟੂਵਰਡਸ ਯੋਰ ਗੋਲ, ਹੈ ਨਾ, ਟੂਵਰਡਸ ਯੋਰ ਐਸਪੀਰੇਸ਼ਨਸ, ਕਿ ਮੈਂ ਰੀਡਿੰਗ ਕਰ ਰਿਹਾ, ਮੇਰਾ ਇੰਟਰਸਟ। ਤਾਂ ਹੀ ਕੀ ਹੁੰਦਾ, ਜਿਹੜਾ ਸੈਕਸ਼ਨ 3 ਹੁੰਦਾ ਹੈ ਥੋੜ੍ਹਾ ਡਿਫਿਕਲਟ ਹੁੰਦਾ ਹੈ ਨਾ, ਡਿਫਿਕਲਟੀ ਲੈਵਲ ਉਹਦੀ ਹਾਈ ਸੈੱਟ ਕੀਤੀ ਜਾਂਦੀ ਹੈ। ਕਿਉਂਕਿ ਉਹਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਕਨਫਿਊਜ਼ ਕੀਤਾ ਜਾਂਦਾ ਐਗਜ਼ਾਮੀਨਰਸ ਦੇ ਦੁਆਰਾ। ਅਤੇ ਜੇ ਤੁਹਾਡਾ ਇੰਟਰਸਟ ਉੱਥੇ ਨਹੀਂ ਬਿਲਡ ਹੋਏਗਾ ਨਾ ਤਾਂ ਬਿਲੀਵ ਮੀ ਗਾਈਜ਼ ਤੁਸੀਂ ਉਹਨੂੰ ਪਰਫੋਰਮ ਨਹੀਂ ਕਰ ਪਾਓਗੇ, ਚਾਹੇ ਤੁਸੀਂ ਇੱਕ ਐਕਸਪੀਰੀਅੰਸਡ ਹੀ ਕਿਉਂ ਨਾ ਹੋ ਉਸ ਫੀਲਡ ਦੇ ਵਿੱਚ, ਠੀਕ ਹੈ। ਤਾਂ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਰੀਡਿੰਗ ਕਰਨੀ ਹੈ ਪ੍ਰੋਪਰ ਇੰਟਰਸਟ ਬਣਾਓ, ਹੈ ਨਾ। ਚਾਹੇ ਤੁਹਾਡਾ ਮੂਡ ਅਪਸੈਟ ਹੈ ਉਸ ਤੋਂ ਪਹਿਲਾਂ ਆਪਣੇ ਮੂਡ ਨੂੰ ਥੋੜ੍ਹਾ ਜਿਹਾ ਚੇਂਜ ਕਰੋ, ਹੈ ਨਾ, ਸੌਂਗ ਸੁਣ ਲਓ ਉਸ ਤੋਂ ਪਹਿਲਾਂ, ਜਾਂ ਫਿਰ ਜੋ ਵੀ ਤੁਹਾਨੂੰ ਵਧੀਆ ਲੱਗਦਾ ਮੂਵੀ ਦੇਖ ਲਓ, ਕੁਛ ਵੀ ਕਰ ਲਓ, ਲੇਕਿਨ ਜਦੋਂ ਵੀ ਰੀਡਿੰਗ ਕਰਨੀ ਹੈ ਵਿਦ ਪ੍ਰੋਪਰ ਕੰਸਨਟ੍ਰੇਸ਼ਨ, ਵਿਦ ਫੁੱਲ ਫੋਕਸਡ ਮਾइंड। ਕਲੀਅਰ। ਯੈਸ। ਲਾਸਟ 6th बहुत ज़्यादा इंपॉर्टेंट टिप है। ये की है, ये वो स्ट्रैटेजी है जी सानू बहुत ज़्यादा हैल्प करेगी, असिस्ट करेगी, थोनू ही नहीं मैनू भी हमेशा करती है, ठीक है। की है? दैट इज़ योर रीडिंग स्किल्स। यस, तो इंप्रूव करनी पैंदी अपनी रीडिंग स्किल्स। हुण मैं बहुत ज़्यादा स्टूडेंट्स जो मेरे को आते हैं वो कहते मैम सानू रीडिंग के बहुत ज़्यादा असीं डिफिकल्टी फेस कर रहे हैं, ठीक है। एंड वैन आई आस्क दैम कि तुसी रीडिंग स्किल्स तुहाड़ियां किवें दियां ने, तुसी डेली रीडिंग के उपर कितना टाइम डिवोट करदे हो, तां उन्हां दा आंसर की हुंदा? कुछ भी नहीं। ਅਸੀਂ कुछ भी रीड नहीं करते। हाँ, मेरी रीडिंग इंप्रूव नहीं हो रही, मैं कुछ रीड भी नहीं कर रहा, लेकिन मैं अपने मोबाइल में सर्फ करने बहुत ज़्यादा टाइम वेस्ट कर सकता, है ना। मैं इंस्टा यूट्यूब वैसे ही मैं देखता रहना, तो वो टाइम में तुसी की करो, यूटिलाइज़ करो। यस फ्रेंड्स, यू हैव टू यूटिलाइज़ दैट टाइम, बिकॉज यही वो टाइम है जिन्होंने तुसी प्रॉपर या तो तुसी उन्होंने प्रॉपर यूटिलाइज़ कर लो या तुसी उन्होंने वेस्ट कर लो, ठीक है। तो तुसी की करना, अपनी रीडिंग स्किल्स में इंप्रूव करनी है। डेली हाफ आवर या 1 आवर तुसी देना ही देना अपना रीड करने लिए। जरूरी नहीं तुसी रीडिंग कर रहे हो, तुसी, मैं ही नहीं कहनी तुसी न्यूज़पेपर ही रीड करो, तुसी बोर ना हो, तुसी वो चीज़ां रीड करो जिहदे विच तुहाडा इंटरस्ट है, तुसी वो नॉवल्स रीड करो तुहाडे टेस्ट दे अकॉर्डिंग, है ना। तुहानूं बिजनेस इंटरस्ट है, बिजनेस रिलेटेड करो, स्टोरीज हॉरर मूवीज़ दे नाल है तुहानूं
ਉਹ ਕਰੋ। ਤੇ ਇੱਥੇ ਇੱਕ ਚੀਜ਼ ਮੈਂ ਹੋਰ ਪੁਆਇੰਟ ਆਊਟ ਕਰਨਾ ਚਾਹੂੰਗੀ, ਇਹ ਨਹੀਂ ਹੈ ਕਿ ਤੁਸੀਂ ਆਪਣੀਆਂ ਰੀਡਿੰਗ ਸਕਿੱਲਸ ਨੂੰ ਇੰਪਰੂਵ ਕਰਨ ਦੇ ਲਈ ਸਿਰਫ ਲਿਸਨ ਕਰ ਰਹੇ ਹੋ। ਤੁਸੀਂ ਲਿਸਨ ਕਰ ਰਹੇ ਹੋ ਤੇ ਨੀਚੇ ਸਬਟਾਈਟਲਸ ਦੇ ਨਾਲ ਕਿਸੇ ਚੀਜ਼ ਨੂੰ ਦੇਖ ਰਹੇ ਹੋ, ਉਹਦੇ ਨਾਲ ਤੁਹਾਡੀ ਲਿਸਨਿੰਗ ਵੀ ਇੰਨੀ ਇੰਪਰੂਵ ਨਹੀਂ ਹੋਏਗੀ। ਤਾਂ ਉਹਦੇ ਨਾਲ ਤੁਸੀਂ ਕੀ ਕਰ ਸਕਦੇ ਹੋ, ਉਹਦੀ ਜਗ੍ਹਾ ਤੇ ਤੁਸੀਂ ਰੀਡ ਕਰ ਸਕਦੇ ਹੋ, ਠੀਕ ਹੈ। ਤੁਸੀਂ ਕੋਈ ਪੋਡਕਾਸਟ ਰੀਡ ਕਰ ਲਓ, ਜੇ ਸੁਣ ਵੀ ਰਹੇ ਹੋ ਨਾਲ ਨਾਲ ਰੀਡ ਕਰੋ, ਤੁਸੀਂ ਨੋਵਲ ਰੀਡ ਕਰੋ, ਹੈ ਨਾ, ਤੁਸੀਂ ਕੁਝ ਵੀ ਰੀਡ ਕਰੋ, ਤੁਸੀਂ ਨਿਊਜ਼ਪੇਪਰ ਰੀਡ ਕਰੋ, ਉਸ ਦੇ ਨਾਲ ਨਾਲ ਤੁਹਾਡੀ ਵੋਕੈਬ ਵੀ ਇੰਪਰੂਵ ਹੋਏਗੀ, ਬਿਕਾਜ਼ ਵੋਕੈਬ ਵੀ ਇੱਕ ਐਸੈਂਸ਼ੀਅਲ ਰੋਲ ਪਲੇ ਕਰੇਗੀ ਤੁਹਾਡੀ ਰੀਡਿੰਗ ਦੇ ਵਿੱਚ। ਸਕੋਰ ਨੂੰ ਅਪ ਲੈ ਕੇ ਜਾਣ ਲਈ ਤੁਹਾਡੀਆਂ ਰੀਡਿੰਗ ਸਕਿੱਲਸ ਵੀ ਉਨੀਆਂ ਹੀ ਇੰਪੋਰਟੈਂਟ ਨੇ। ਕਲੀਅਰ? ਸੋ ਆਈ ਹੋਪ ਇਹ 6 ਟਿਪਸ ਐਂਡ ਟ੍ਰਿਕਸ ਜਾਂ ਸਟ੍ਰੈਟਜੀਜ਼ ਕਹਿ ਲਓ ਤੁਹਾਨੂੰ ਸਮਝ ਆ ਗਈਆਂ। ਇਹ ਤੁਸੀਂ ਕਦੋਂ ਇਹਨਾਂ ਦੀ ਹੈਲਪ ਲੈਣੀ ਹੈ, ਕਦੋਂ ਇਹਨਾਂ ਨੂੰ ਫੋਲੋ ਕਰਨਾ ਹੈ, ਜਦੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਡਿਊਰਿੰਗ ਯੋਰ ਪ੍ਰੈਕਟਿਸ ਸੈਸ਼ਨਸ, ਠੀਕ ਹੈ। ਟਾਈਮ ਮੈਨੇਜਮੈਂਟ ਵਗੈਰਾ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ। ਐਂਡ ਫਿਰ ਵੀ ਜੇ ਕੋਈ ਡਾਊਟ ਹੈ, ਡੋਂਟ hesitate, just feel free to comment me, I'm here to help you। and yes, ਜੇ ਤੁਸੀਂ ਵੀਡੀਓ ਦੇਖ ਰਹੇ ਹੋ, ਤੁਹਾਨੂੰ ਚੰਗੀ ਲੱਗੀ, ਤੁਹਾਨੂੰ ਵਧੀਆ ਲੱਗੀ, ਲਾਈਕ ਕਰੋ, ਸ਼ੇਅਰ ਕਰੋ ਆਪਣੇ ਫਰੈਂਡਸ ਨਾਲ। ਐਂਡ ਯੈਸ, ਅਗਰ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, then it's a humble request, please subscribe to my channel। thank you so much, bye।